हाँ जी साथियों, ਤੁਹਾਡੇ ਨਾਲ ਮੈਂ ਗੱਲ ਕਰਨੀ ਸਾਈਮਨ ਕਮਿਸ਼ਨ ਦੀ। ਸਾਈਮਨ ਕਮਿਸ਼ਨ ਕੀ ਸੀ, ਭਾਰਤ ਵਿੱਚ ਕਿਉਂ ਆਇਆ ਸੀ ਉਹ, ਉਸ ਦਾ ਉਦੇਸ਼ ਕੀ ਸੀ। ਦੇਖੋ, ਇੱਕ ਪਾਸੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਵੀ ਲੱਗੇ ਨੇ, ਤੇ ਦੂਜੇ ਪਾਸੇ ਸਾਈਮਨ ਕਮਿਸ਼ਨ ਦਾ ਸਵਾਗਤ ਵੀ ਕੀਤਾ ਗਿਆ। ਦੋ ਵੱਖ-ਵੱਖ ਰਾਵਾਂ ਨੇ। ਆਪਾਂ ਦੇਖਦੇ ਹਾਂ ਕਿ ਸਾਈਮਨ ਕਮਿਸ਼ਨ ਦੀ ਬੈਕਗਰਾਉਂਡ ਕੀ ਆ, ਜਿਸ ਕਰਕੇ ਜਿਹੜਾ ਸਾਈਮਨ ਕਮਿਸ਼ਨ ਆ ਉਹ ਇੰਡੀਆ ਦੇ ਵਿੱਚ ਆਇਆ। ਮੈਂ ਵੱਖ-ਵੱਖ ਪੁਸਤਕਾਂ ਵਿੱਚੋਂ ਇਹ ਰਿਕਾਰਡ ਦੇਖਿਆ। ਮੈਂ ਇੱਕ ਮਿੰਟ ਪਹਿਲਾਂ ਵਿਸ਼ੇਸ਼ ਤੌਰ 'ਤੇ ਜਿਹੜੇ ਸਟੂਡੈਂਟਸ ਨੇ ਹਿਸਟਰੀ ਦੇ, ਉਹਨਾਂ ਨੂੰ ਕਹਾਂਗਾ ਕਿ ਉਹ ਜਿਹੜਾ ਤੁਹਾਡਾ ਸਿਲੇਬਸ ਹੈ ਉਹ ਤੋਂ ਬਾਹਰ ਨਿਕਲ ਕੇ ਹੋਰ ਹਿਸਟਰੀ ਦੀਆਂ ਬੁੱਕਸ ਨੇ ਜਿਹੜੀਆਂ ਉਹ ਪੜ੍ਹੋ। ਫਿਰ ਤੁਹਾਨੂੰ ਪਤਾ ਲੱਗ, ਵੱਡੇ ਵੱਡੇ ਇਤਿਹਾਸਕਾਰਾਂ ਨੇ ਲਿਖੀਆਂ, ਬੁੱਧੀਜੀਵੀਆਂ ਨੇ ਲਿਖੀਆਂ, ਕਈਆਂ ਨੇ ਤਾਂ ਅੱਖੀਂ ਡਿੱਠਾ ਹਾਲ ਲਿਖਿਆ। ਜੇ ਹੁਣ ਆਪਾਂ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਦੇ, ਅੱਖੀਂ ਡਿੱਠਾ ਹਾਲ ਦੇ ਉੱਤੇ ਨਹੀਂ ਵਿਸ਼ਵਾਸ ਕਰਦੇ, ਫਿਰ ਜਿਹੜੇ ਇਤਿਹਾਸ ਨੂੰ ਇਹ ਕਿਹਾ ਜਾਂਦਾ ਕਿ ਇਹ ਕਾਲਪਨਿਕ ਆ, ਇਹ ਮਿਥਿਹਾਸ ਆ, ਫਿਰ ਆਪਾਂ ਬਾਰ-ਬਾਰ ਜੇ ਉਹੀ ਪੜ੍ਹੀ ਜਾਈਏ ਤੇ ਉਹਦੇ ਉੱਤੇ ਫਿਰ ਵਿਸ਼ਵਾਸ ਕਰਨਾ ਕਿੰਨਾ ਮੁਸ਼ਕਲ ਆ। ਇਸ ਵਾਸਤੇ ਬਾਹਰ ਨਿਕਲੋ ਸਿਲੇਬਸ ਤੋਂ ਬਾਹਰ ਨਿਕਲ ਕੇ ਪੜ੍ਹੋ। ਮੈਂ ਬਹੁਤ ਸਾਰੀਆਂ ਪੁਸਤਕਾਂ ਪੜ੍ਹੀਆਂ ਸਾਈਮਨ ਕਮਿਸ਼ਨ ਦੇ ਉੱਤੇ। ਮੈਨੂੰ ਡਾਊਟ ਸੀ, ਆਪਣੀ ਡਾਊਟ ਕੱਢਣ ਵਾਸਤੇ ਮੈਂ ਪੜ੍ਹਿਆ ਕਿ ਸਾਈਮਨ ਕਮਿਸ਼ਨ ਦਾ ਉਦੇਸ਼ ਕੀ ਸੀ। ਮੇਰੇ ਕੋਲ ਸਾਰਾ ਲਿਖਿਆ ਵੀ ਹੋਇਆ, ਮੈਂ ਖੁਦ ਲਿਖਿਆ, ਖੁਦ ਦੇਖਿਆ ਮੈਂ ਵੱਖ-ਵੱਖ ਪੁਸਤਕਾਂ ਦੇ ਵਿੱਚੋਂ। ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਕਿ ਅੰਗਰੇਜ਼ਾਂ ਨੇ 1901 ਤੋਂ ਭਾਰਤ ਵਿੱਚ ਜਿਹੜੀ ਸੁਧਾਰਾਂ ਦੀ ਮੁਹਿੰਮ ਸੀ ਉਹ ਵਿੱਢ ਦਿੱਤੀ ਸੀ। ਕਿਹੜੇ ਲੋਕਾਂ ਨੂੰ ਕੀ ਅਧਿਕਾਰ ਦੇਣੇ ਨੇ, ਉਹਨਾਂ ਦੇ ਕੀ ਹੱਕ ਨੇ, ਉਹ ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਜਿਹੜੀ ਬ੍ਰਿਟਿਸ਼ ਹਕੂਮਤ ਸੀ ਇੰਡੀਆ ਦੀ, ਉਹਨੇ ਇਹ ਦੇਖ ਲਿਆ ਸੀ ਕਿ ਇੱਥੇ ਸੁਧਾਰਾਂ ਦੀ ਲੋੜ ਹੈ। ਉਹਨਾਂ ਨੇ ਜਦੋਂ ਸਾਡੇ ਇੱਥੇ ਆ ਕੇ ਦੇਖਿਆ ਕਿ ਇੰਡੀਆ ਦੇ ਵਿੱਚ ਕੁਝ ਇਹੋ ਜਿਹੇ ਰੀਤੀ ਰਿਵਾਜ ਨੇ ਜਿਹੜੇ ਬੜੇ ਭੈੜੇ ਨੇ, ਗੰਦੇ ਨੇ। ਉਹ ਰੀਤੀ ਰਿਵਾਜ ਦੇਖੋ, ਸਾਨੂੰ ਚੰਗੇ ਲੱਗਦੇ ਸੀ, ਸਾਨੂੰ ਤਾਂ ਬੜੇ ਵਧੀਆ ਲੱਗਦੇ ਸੀ ਉਹ, ਪਰ ਅੰਗਰੇਜ਼ਾਂ ਨੂੰ ਬਹੁਤ ਮਾੜੇ ਲੱਗਦੇ ਸੀ ਉਹ। ਸਾਨੂੰ ਕਿਹੜੇ ਚੰਗੇ ਲੱਗਦੇ ਸੀ? ਕੁੜੀਆਂ ਨੂੰ ਜੰਮਦਿਆਂ ਮਾਰ ਦਿਓ, ਚੰਗਾ ਲੱਗਦਾ ਸੀ। ਵਿਧਵਾ ਵਿਆਹ ਜਿਹੜਾ ਅਸੀਂ ਹੋਣ ਨਹੀਂ ਸੀ ਦਿੰਦੇ, ਤੇ ਦੂਜੇ ਪਾਸੇ ਸਤੀ ਪ੍ਰਥਾ ਵਰਗੀ ਰਸਮ, ਔਰਤ ਦਾ ਪਤੀ ਮਰ ਗਿਆ ਉਹਨੂੰ ਵੀ ਨਾਲ ਹੀ ਜਾਲ ਦੇਣਾ। ਇਹ ਸਾਡੇ ਰਿਵਾਜ ਸੀ, ਜਿਹੜੇ ਸਾਡੀ ਵਿਚਾਰਧਾਰਾ ਦਾ, ਹਿੰਦੁਸਤਾਨ ਦੀ ਵਿਚਾਰਧਾਰਾ ਦਾ ਇੱਕ ਹਿੱਸਾ ਬਣੇ ਹੋਏ ਸੀ। ਉਸ ਸਮੇਂ ਚੰਗੇ ਲੱਗਦੇ ਸੀ। ਅੰਗਰੇਜ਼ਾਂ ਨੇ ਜਦੋਂ ਇੱਥੇ ਆ ਕੇ ਦੇਖਿਆ ਕਿ ਕਿਹੋ ਜਿਹੇ ਇਹਨਾਂ ਦੇ ਰੀਤੀ ਰਿਵਾਜ ਨੇ, ਇਹਨਾਂ ਨੂੰ ਖਤਮ ਕਰਨਾ ਚਾਹੀਦਾ, ਉਹ ਖੁਦ ਉਹਨਾਂ ਨੇ ਪੈਰਵਾਈ ਕੀਤੀ ਅਤੇ ਇਹਨਾਂ ਨੂੰ ਖਤਮ ਕਰਨ ਵਾਸਤੇ ਖੁਦ ਹੀ ਕੰਮ ਉਹਨਾਂ ਨੇ ਸ਼ੁਰੂ ਕੀਤਾ। ਅਤੇ ਅਸੀਂ ਬੜਾ ਮਾੜਾ ਮੰਨਿਆ ਇਸ ਚੀਜ਼ ਨੂੰ ਕਿ ਇਹ ਸਾਡੇ ਰੀਤੀ ਰਿਵਾਜ਼ਾਂ ਵਿੱਚ ਦਖਲ ਦਿੰਦੇ ਨੇ। ਸੋ ਅੰਗਰੇਜ਼ ਸੀ ਜਿਹੜੇ, ਉਹ ਖੁਦ ਹੀ ਇੱਥੇ ਆ ਕੇ ਇਹ ਦੇਖਣਾ ਚਾਹੁੰਦੇ ਸੀ ਕਿ ਇਹਨਾਂ ਲੋਕਾਂ ਨੂੰ ਕਿਹੜੇ ਅਧਿਕਾਰਾਂ ਦੀ ਲੋੜ ਹੈ ਅਤੇ ਕਿਹੜੀਆਂ ਕੌਮਾਂ ਨੂੰ ਕੀ ਅਧਿਕਾਰ ਦੇਣੇ ਨੇ। 1901 ਤੋਂ ਉਹਨਾਂ ਨੇ ਇਹ ਮੁਹਿੰਮ ਸੀ ਜਿਹੜੀ ਇਹ ਸ਼ੁਰੂ ਕਰ ਦਿੱਤੀ ਸੀ। 1901 ਤੋਂ ਮਗਰੋਂ 1909 ਦੇ ਵਿੱਚ ਮਿੰਟੋ ਮਾਰਲੀ ਸੁਧਾਰ ਸੀ, ਜਿਹੜਾ ਪਹਿਲੀ ਵਾਰ ਇੰਡੀਆ ਵਿੱਚ ਕੌਮਾਂ ਨੂੰ ਨੁਮਾਇੰਦਗੀ ਦੇਣ ਅਤੇ ਸੂਬਿਆਂ ਨੂੰ ਖੁਦ ਮੁਖਤਿਆਰੀ ਦੇਣ ਦੀ ਗੱਲ ਸ਼ੁਰੂ ਹੋ ਗਈ ਸੀ। ਅਤੇ ਨਾਲ ਹੀ ਅੰਗਰੇਜ਼ਾਂ ਨੇ ਇੱਕ ਗੱਲ ਹੋਰ ਸ਼ੁਰੂ ਕਰ ਦਿੱਤੀ ਕਿ ਹਰ 10 ਸਾਲ ਬਾਅਦ ਇਹ ਚੈੱਕ ਕੀਤਾ ਜਾਵੇਗਾ ਕਿ ਜਿਹੜੀ ਅਸੀਂ ਸੁਧਾਰਾਂ ਦੀ ਮੁਹਿੰਮ ਜਾਂ ਅਧਿਕਾਰਾਂ ਦੀ ਮੁਹਿੰਮ ਲੋਕਾਂ ਨੂੰ ਦੇਣ ਦੇ ਲਈ ਵਿੱਢੀ ਹੈ, ਕਿ ਉਹ ਸਹੀ ਆ, ਲੋਕਾਂ ਕੋਲ ਉਹ ਅਧਿਕਾਰ ਪਹੁੰਚਦੇ ਨੇ, ਉਹ ਲੋਕ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਨੇ। ਸੋ ਇਸ ਤਰ੍ਹਾਂ ਕਰਕੇ ਹਰ 10 ਸਾਲ ਬਾਅਦ ਉਹਨੂੰ ਫਿਰ ਰਿਪੀਟ ਕੀਤਾ ਜਾਂਦਾ ਸੀ, ਦੇਖਿਆ ਜਾਂਦਾ ਸੀ, ਜਾਇਜ਼ਾ ਲਿਆ ਜਾਂਦਾ ਸੀ। ਸੋ ਇਸੇ ਗੱਲ ਨੂੰ ਦੇਖਦੇ ਹੋਏ 1917 ਵਿੱਚ ਅੰਗਰੇਜ਼ੀ ਐਲਾਨ ਕੀਤਾ ਗਿਆ ਕਿ ਹਿੰਦੁਸਤਾਨੀਆਂ ਨੂੰ ਸਰਕਾਰ ਬਣਾਉਣ ਦੇ ਹੌਲੀ ਹੌਲੀ ਬ੍ਰਿਟਿਸ਼ ਸਰਕਾਰ ਉਹਨਾਂ ਨੂੰ ਬੁਨਿਆਦੀ ਅਧਿਕਾਰ ਦੇਵੇਗੀ। ਇਹ ਦੇਖ ਲਿਆ ਉਹਨਾਂ ਨੇ। ਹੁਣ ਹੌਲੀ ਹੌਲੀ ਸ਼ਾਸਨ ਚਲਾਉਣ ਦੇ ਜਿਹੜੇ ਅਧਿਕਾਰ ਸੀ ਉਹ ਬ੍ਰਿਟਿਸ਼ ਸਰਕਾਰ ਨੇ 1917 ਤੋਂ ਵਿੱਢ ਦਿੱਤੇ ਸੀ। ਇਹਦਾ ਮਤਲਬ ਅੰਗਰੇਜ਼ ਸਮਝ ਗਏ ਸੀ ਕਿ ਭਾਰਤੀਆਂ ਨੂੰ ਆਜ਼ਾਦੀ ਦੇਣੀ ਆ ਅਸੀਂ,
ਤੇ ਉਹ 1917 ਤੋਂ ਹੌਲੀ 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 ਵਿੱਢ ਦਿੱਤੀ ਉਹਨਾਂ ਨੇ, ਜਿਹੜੀ ਸਾਡੀ 1947 ਵਿੱਚ ਜਾ ਕੇ ਪੂਰੀ ਹੋਈ ਆ। ਸੋ ਇਹ 1917 ਦੇ ਐਲਾਨ ਤੋਂ ਮਗਰੋਂ ਕੀ ਹੋਇਆ, ਇੰਡੀਆ ਵਿੱਚ ਮਾਂਟੇਗੂ ਚੈਮਸਫੋਰਡ ਸੁਧਾਰ ਕਿਹਾ ਜਾਂਦਾ ਹੈ। ਮਾਂਟੇਗੂ ਚੈਮਸਫੋਰਡ ਸੁਧਾਰ, ਜਿਹੜਾ ਮਾਂਟੇਗੂ ਸੀ ਉਹ ਹਿੰਦ ਦਾ ਸੈਕਟਰੀ ਆਫ ਸਟੇਟ ਸੀ, ਐਡਵਨ ਮਾਂਟੇਗੂ, ਤੇ ਗਵਰਨਰ ਜਨਰਲ ਸੀ ਜਿਹੜਾ ਹਿੰਦੁਸਤਾਨ ਦਾ ਉਹ ਚੈਮਸਫੋਰਡ ਸੀ। ਇਹਨਾਂ ਦੋਹਾਂ ਨੇ ਸਾਂਝੇ ਰੂਪ ਦੇ ਵਿੱਚ ਇੰਡੀਆ ਦਾ ਦੌਰਾ ਕੀਤਾ ਤਾਂ ਕਿ ਇਹ ਪਤਾ ਲੱਗੇ ਕਿ ਜਿਹੜੀ ਅਸੀਂ ਸੁਧਾਰਾਂ ਦੀ ਮੁਹਿੰਮ ਵਿੱਢੀ ਆ ਉਹ ਸਹੀ ਰੂਪ ਵਿੱਚ ਜਾਰੀ ਆ। ਆਪ ਦੇਖੋ ਗਏ, ਸਾਰੇ ਪਾਸੇ ਦੇਖਿਆ ਇਹਨਾਂ ਨੇ, ਤੇ ਇਹਨਾਂ ਦੀ ਰਿਪੋਰਟ ਦੇ ਉੱਤੇ ਫਿਰ ਅਗਲੇ ਜਿਹੜੇ ਸੁਧਾਰ ਸੀ ਉਹ ਲਾਗੂ ਕੀਤੇ ਜਾਣੇ ਸੀ। ਸੋ ਇਹਨਾਂ ਦੀ ਰਿਪੋਰਟ ਤੋਂ ਮਗਰੋਂ ਹੀ 1919 ਦਾ 1919 ਵਿੱਚ ਨਵਾਂ ਕਾਨੂੰਨ ਬਣਿਆ, ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਕਹਾਇਆ। ਗਵਰਨਮੈਂਟ ਆਫ ਇੰਡੀਆ ਐਕਟ ਸੀ ਜਿਹੜਾ, ਉਹਦੇ ਵਿੱਚ ਵਿਸ਼ੇਸ਼ ਤੌਰ 'ਤੇ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆ। ਸੋ ਇਸ ਤਰ੍ਹਾਂ ਕਰਕੇ ਇੱਕ ਮੁਹਿੰਮ ਸੀ ਜਿਹੜੀ ਅੰਗਰੇਜ਼ਾਂ ਨੇ ਵਿੱਢੀ ਹੋਈ, ਉਹ ਹੌਲੀ ਹੌਲੀ ਅੱਗੇ ਵੱਧਦੀ ਗਈ। ਸੋ 1919 ਤੋਂ ਮਗਰੋਂ ਮੀਨਸ 1929 ਆਉਣਾ, 1929 ਦੇ ਵਿੱਚ ਹੋਰ ਅਧਿਕਾਰ ਦੇਣੇ ਨੇ ਉਹਨਾਂ ਨੂੰ। ਤੋ ਪਾਰਲੀਮੈਂਟ ਸੀ ਜਿਹੜੀ ਇੰਗਲੈਂਡ ਦੀ, ਉਹਨਾਂ ਨੇ ਫਿਰ ਇੱਥੇ ਇੱਕ ਟੀਮ ਭੇਜੀ। ਉਸ ਟੀਮ ਦੇ ਜਿਹੜੇ ਮੁਖੀ ਸੀ ਸਰ ਜੌਨ ਸਾਈਮਨ, ਤੇ 6 ਪਾਰਲੀਮੈਂਟ ਦੇ ਮੈਂਬਰ ਸੀ, ਉਹ ਇੰਗਲੈਂਡ ਤੋਂ ਆਏ ਸੀ ਇੱਥੇ ਇਹ ਦੇਖਣ ਵਾਸਤੇ ਕਿ ਇਹਨਾਂ ਲੋਕਾਂ ਦੇ ਅਧਿਕਾਰ ਸਹੀ ਰੂਪ ਵਿੱਚ ਕਿੰਨੇ ਕੁ ਮਿਲਦੇ ਨੇ। ਸੋ ਜਦੋਂ ਉਹ ਇੱਥੇ ਆਏ, ਉਦੋਂ ਇੰਡੀਅਨ ਨੈਸ਼ਨਲ ਕਾਂਗਰਸ ਸੀ ਜਿਹੜੀ, ਉਹਨਾਂ ਨੇ ਜਦੋਂ ਦੇਖਿਆ ਕਿ ਇਹ ਅਧਿਕਾਰ ਕਿਹੜੀ ਕਿਸਮ ਦੇ ਨੇ, ਕਿਹੜੀਆਂ ਕੌਮਾਂ ਦੀ ਇਹ ਗੱਲ ਕਰਦੇ ਨੇ, ਜੇ ਇਹਨਾਂ ਲੋਕਾਂ ਨੂੰ ਅਧਿਕਾਰ ਦਿੱਤੇ ਗਏ ਤਾਂ ਸਾਡਾ ਜਿਹੜਾ ਆਧਾਰ ਹੈ ਜਾਂ ਅਸੀਂ ਜੋ ਲੜਾਈ ਲੜਦੇ ਹਾਂ ਉਹ ਅਧੂਰੀ ਰਹਿ ਜਾਣੀ ਹੈ। ਸੋ ਉਹਨਾਂ ਨੇ ਇਸ ਦਾ ਬਾਈਕਾਟ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰੱਖਿਆ, ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰਾਂ ਨੇ, ਜਿਨ੍ਹਾਂ ਦੇ ਵਿੱਚ ਮੁੱਖ ਤੌਰ 'ਤੇ ਕੀ ਸੀ, ਮੋਹਨਦਾਸ ਕਰਮਚੰਦ ਗਾਂਧੀ, ਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਸ ਸਮੇਂ ਦੇ ਲੀਡਰ, ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੋਈ ਇੰਡੀਆ ਦਾ ਕੋਈ ਮੈਂਬਰ ਨਹੀਂ ਹੈਗਾ ਟੀਮ ਦੇ ਵਿੱਚ, ਇਸ ਵਾਸਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ। ਜਦੋਂ ਕਿ ਉਹਨਾਂ ਨੇ ਕੀ ਕੀਤਾ, ਤੁਰੰਤ ਇੱਕ ਮੈਂਬਰ ਇੰਡੀਆ ਦਾ ਲੈ ਲਿਆ, ਪਰੰਤੂ ਵਿਰੋਧ ਫਿਰ ਵੀ ਜਾਰੀ ਰਿਹਾ। ਜਦੋਂ ਕਿ ਇਸ ਤੋਂ ਮਗਰੋਂ ਕ੍ਰਿਪਸ ਮਿਸ਼ਨ ਇੰਡੀਆ ਵਿੱਚ ਆਇਆ ਤੇ ਬ੍ਰਿਟਿਸ਼ ਕੈਬਨਿਟ ਮਿਸ਼ਨ ਇੰਡੀਆ ਵਿੱਚ ਆਇਆ, ਉਹਨਾਂ ਦਾ ਕੋਈ ਵਿਰੋਧ ਨਹੀਂ ਕੀਤਾ। ਉਹ ਵੀ ਇਸੇ ਸੁਧਾਰਾਂ ਨੂੰ ਮੁੱਖ ਰੱਖ ਕੇ ਆਏ ਸੀ, ਪਰ ਵਿਰੋਧ ਕੋਈ ਨਹੀਂ ਕੀਤਾ। ਹੁਣ ਸਾਈਮਨ ਕਮਿਸ਼ਨ ਦਾ ਵਿਰੋਧ ਫਿਰ ਕਿਉਂ ਕੀਤਾ ਗਿਆ? ਸਾਈਮਨ ਕਮਿਸ਼ਨ ਨੇ ਅਸਲ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸੀ ਜਿਹੜੇ, ਉਹ ਬ੍ਰਿਟਿਸ਼ ਗਵਰਨਮੈਂਟ ਸੀ ਜਿਹੜੀ, ਉਹਦੇ ਉੱਤੇ ਪ੍ਰੈਸ਼ਰ ਪਾਇਆ ਹੋਇਆ ਸੀ ਕਿ ਇੱਥੋਂ ਦੇ ਜਿਹੜੇ ਦੱਬੇ ਕੁਚਲੇ ਲਤਾੜੇ ਹੋਏ ਲੋਕ ਨੇ, ਉਹਨਾਂ ਦਾ ਕੋਈ ਅਧਿਕਾਰ ਨਹੀਂ, ਉਹਨਾਂ ਨੂੰ ਖਾਣ ਪੀਣ ਜਾਂ ਰਹਿਣ ਸਹਿਣ ਇੰਨੇ ਨੀਵੇਂ ਪੱਧਰ ਦਾ ਕਿ ਉਹਨਾਂ ਦੀ ਹਾਲਤ ਆ ਜਿਹੜੀ ਉਹ ਜਾਨਵਰਾਂ ਵਰਗੀ ਬਣੀ ਹੋਈ ਹੈ। ਇਸ ਵਾਸਤੇ ਉਹਨਾਂ ਲੋਕਾਂ ਦੀ ਤਰਾਸਦੀ ਨੂੰ ਦੇਖਦੇ ਹੋਏ ਤੁਸੀਂ ਉਹਨਾਂ ਦੇ ਸੁਧਾਰਾਂ ਦੇ ਵਾਸਤੇ ਕੋਈ ਮੁਹਿੰਮ ਵਿੱਢੋ। ਸੋ 1928 ਦੇ ਵਿੱਚ ਮੇਨ ਮਕਸਦ ਸੀ ਜਿਹੜਾ ਸਾਈਮਨ ਕਮਿਸ਼ਨ ਦਾ ਇੱਥੇ ਆਉਣ ਦਾ, ਉਹ ਇਹੀ ਦੇਖਣਾ ਸੀ ਕਿ ਇੱਥੇ ਜਿਹੜੇ ਧਾਰਮਿਕ ਤੌਰ 'ਤੇ ਘੱਟ ਗਿਣਤੀ ਲੋਕ ਨੇ ਜਾਂ ਕੌਮਾਂ ਨੇ ਜਿਹੜੀਆਂ ਵੱਖ-ਵੱਖ, ਉਹਨਾਂ ਨੂੰ ਅਧਿਕਾਰ ਦੇਣੇ ਨੇ। ਸੋ ਇੰਡੀਅਨ ਨੈਸ਼ਨਲ ਕਾਂਗਰਸ ਨਹੀਂ ਚਾਹੁੰਦੀ ਸੀ ਕਿ ਜਿਹੜੀਆਂ ਹੋਰ ਕੌਮਾਂ ਨੇ ਉਹਨਾਂ ਨੂੰ ਅਧਿਕਾਰ ਦਿੱਤੇ ਜਾਣ। ਇਸ ਵਾਸਤੇ ਕੀ ਸੀ, ਉਹਨਾਂ ਨੇ ਆਪਣੇ ਪੱਖ ਦੇ ਨਾਲ ਇੱਕ ਸਟਰਗਲ ਵਿੱਢ ਦਿੱਤੀ। ਤੁਸੀਂ ਜਿਹੜਾ 1928 ਤੋਂ ਲੈ ਕੇ 1932 ਜਾਂ 33 ਤੱਕ ਦਾ, ਮੈਂ ਤਾਂ ਕਹੂੰਗਾ ਕਿ 1935 ਤੱਕ ਦਾ ਇਤਿਹਾਸ ਜ਼ਰੂਰ ਪੜ੍ਹੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਉਦੋਂ ਕਿਹੜੇ ਸਟਰਗਲ ਸੀ ਜਿਹੜੇ ਵਿੱਢੇ ਸੀ, ਤੇ ਉਹ ਫਿਰ ਜਦੋਂ ਡਿਵੈਲਪ ਹੁੰਦੇ ਸੀ ਉਹਨਾਂ ਨੂੰ ਰੋਕ ਕਿਉਂ ਦਿੱਤਾ ਜਾਂਦਾ ਸੀ। ਸਾਰੇ ਸੰਘਰਸ਼ਾਂ ਦੇ ਵਿੱਚ ਇਹ ਲਿਖਿਆ ਹੋਇਆ ਕਿ ਜਦੋਂ ਉਹ ਪੂਰੀ ਤਰ੍ਹਾਂ ਨਾਲ ਮੁਹਿੰਮ ਸੀ ਜਿਹੜੀ ਉੱਪਰ ਚਲੇ ਜਾਂਦੀ ਸੀ
ਤਾਂ ਉਹ ਰੋਕ ਦਿੱਤੀ ਜਾਂਦੀ ਸੀ। ਕਾਰਨ ਕੀ ਸੀ? ਕਾਰਨ ਇਹ ਸੀ ਕਿ ਜਿਹੜਾ ਸਾਈਮਨ ਕਮਿਸ਼ਨ ਆ ਉਸ ਦਾ ਧਿਆਨ ਇਹਨਾਂ ਵੱਲ ਖਿੱਚਿਆ ਜਾਵੇ ਅਤੇ ਅੰਗਰੇਜ਼ਾਂ ਨੂੰ ਇਹ ਲੱਗੇ ਕਿ ਇੰਡੀਅਨ ਨੈਸ਼ਨਲ ਕਾਂਗਰਸ ਹੀ ਇੱਥੋਂ ਦੀ ਅਸਲ ਲੀਡਰਸ਼ਿਪ ਆ, ਜਿਹੜੀ ਭਾਰਤੀਆਂ ਦੇ ਅਧਿਕਾਰਾਂ ਦੀ ਗੱਲ ਕਰ ਸਕਦੀ ਆ ਅਤੇ ਸ਼ਾਸਨ ਕਰ ਸਕਦੀ ਆ ਬਾਅਦ 'ਚ। ਅਸਲ ਕਾਰਨ ਇਹ ਸੀ। ਸੋ ਅਧਿਕਾਰ ਸੀ ਜਿਹੜੇ ਉਹ ਤਾਂ ਕੌਮਾਂ ਨੂੰ ਦੇਣੇ ਹੀ ਸੀ ਉਹਨਾਂ ਨੇ। ਹੁਣ ਜਦੋਂ ਫਿਰ ਇਹ ਸਾਈਮਨ ਕਮਿਸ਼ਨ ਸੀ ਜਿਹੜਾ ਲਾਹੌਰ ਵਿੱਚ ਆ, ਲਾਹੌਰ ਪਹੁੰਚਿਆ ਜਦੋਂ, ਉੱਥੇ ਇਸ ਦਾ ਵਿਸ਼ੇਸ਼ ਤੌਰ 'ਤੇ ਗੋ ਬੈਕ ਦੇ ਨਾਅਰੇ ਵੀ ਲੱਗੇ ਨੇ। ਸਾਈਮਨ ਗੋ ਬੈਕ, ਇਹ ਨਾਅਰੇ ਲੱਗੇ ਨੇ ਉੱਥੇ। ਉਹ ਨਾਅਰੇ ਲਗਾਉਣ ਵਾਲੇ ਕੌਣ ਸੀ? ਉਹਨਾਂ ਦੀ ਵਿਚਾਰਧਾਰਾ ਕੀ ਸੀ? ਉਹਨਾਂ ਦੇ ਵਿੱਚ ਇਹ ਦੱਸਿਆ, ਮੈਂ ਸਾਚੀ ਸਾਖੀ ਪੜ੍ਹੀ ਆ, ਉਹਦੇ ਵਿੱਚ 62 ਪੇਜ ਤੋਂ ਲੈ ਕੇ ਤੁਸੀਂ 65-66 ਪੇਜ ਤੱਕ ਖੁਦ ਪੜ੍ਹੋ। ਉਹ ਲਿਖੀ ਹੋਈ ਸਰਦਾਰ ਕਪੂਰ ਸਿੰਘ ਦੀ ਲਿਖੀ ਹੋਈ ਆ, ICS ਸੀ ਉਹ। ਅਤੇ ਉਹਨਾਂ ਨੇ ਅੱਖੀਂ ਡਿੱਠਾ ਹਾਲ ਲਿਖਿਆ ਉੱਥੇ, ਸਪਸ਼ਟ ਲਿਖਿਆ ਕਿ ਮੈਂ ਆਪਣੀ ਅੱਖਾਂ ਨਾਲ ਇਹ ਸਾਰਾ ਕੁਝ ਦੇਖਿਆ ਜੋ ਉੱਥੇ ਵਾਪਰਿਆ ਸਾਈਮਨ ਕਮਿਸ਼ਨ ਦੇ ਨਾਲ। ਜਦੋਂ ਉੱਥੇ ਪਹੁੰਚਿਆ, ਅੰਗਰੇਜ਼ਾਂ ਨੇ ਸਿਕਿਉਰਿਟੀ ਲਗਾਈ ਹੋਈ ਸੀ, ਰੱਸੇ ਲਗਾਏ ਹੋਏ ਸੀਗੇ ਕਿ ਇਸ ਦਾਇਰੇ ਦੇ ਵਿੱਚ ਕੋਈ ਆ ਨਹੀਂ ਸਕਦਾ। ਉਹ ਰੱਸਿਆਂ ਦੇ ਨਾਲ ਲਾਲਾ ਲਾਜਪਤ ਰਾਏ ਅਤੇ ਉਹਨਾਂ ਦੇ 200 ਸਾਥੀ ਸੀ ਜਿਹੜੀ ਉਹ ਉੱਥੇ ਆਏ ਹੋਏ ਸੀ। ਲਾਲਾ ਲਾਜਪਤ ਰਾਏ ਦੇ ਸਿਰ ਦੇ ਉੱਤੇ ਛਤਰੀ ਲਈ ਹੋਈ ਸੀ। ਇਹ ਸਰਦਾਰ ਕਪੂਰ ਸਿੰਘ ਖੁਦ ਸਾਚੀ ਸਾਖੀ ਦੇ ਵਿੱਚ ਲਿਖਦੇ ਨੇ ਕਿ ਉੱਥੇ ਫਿਰ ਕੀ ਹੋਇਆ, ਜਿਹੜੀ ਛਤਰੀ ਸੀ ਉਸ ਸਮੇਂ ਅੰਮ੍ਰਿਤਸਰ ਦਾ ਜਿਹੜਾ ਪੁਲਿਸ ਅਧਿਕਾਰੀ ਸੀ DIG, ਉਹ ਮਿਸਟਰ ਹੈਮਿਲਟਨ ਹਾਰਡਿੰਗ ਸੀ। ਮਿਸਟਰ ਹੈਮਿਲਟਨ ਹਾਰਡਿੰਗ, ਉਹਨੇ ਆਪਣੀ ਸੋਟੀ ਘੁਮਾਈ ਇਸ ਤਰ੍ਹਾਂ ਛਤਰੀ ਦੇ ਉੱਤੇ ਸੋਟੀ ਘੁਮਾਉਣ ਨਾਲ ਉਹ ਉਹਨਾਂ ਨੂੰ ਕਿਹਾ ਕਿ ਤੁਸੀਂ ਪਿੱਛੇ ਹਟ ਜਾਓ। ਜਿਵੇਂ ਆਮ ਤੌਰ 'ਤੇ ਆਪਾਂ ਵੀ ਹਰ ਰੋਜ਼ ਦੇਖਦੇ ਹਾਂ, ਜਾਂ ਕਿਤੇ ਕੋਈ ਮੁਜ਼ਾਹਰਾ ਹੁੰਦਾ, ਪੁਲਿਸ ਵਾਲੇ ਅਕਸਰ ਕਹੀ ਦਿੰਦੇ ਨੇ ਕਿ ਇੱਥੋਂ ਪਿੱਛੇ ਹਟ ਜਾਓ, ਦੂਰ ਹੋ ਜਾਓ। ਇਸ ਤਰ੍ਹਾਂ ਉਹਨਾਂ ਨੇ ਸੋਟੀ ਘੁਮਾਈ ਅਤੇ ਪਿੱਛੇ ਹਟ। ਅਤੇ ਉਹ ਜਿਹੜਾ ਸੋਟੀ ਦਾ ਇਲਜ਼ਾਮ ਸੀ ਉਹ ਲਗਾ ਦਿੱਤਾ ਗਿਆ ਮਿਸਟਰ ਸਕਾਟ ਦੇ ਉੱਤੇ। ਮਿਸਟਰ ਸਕਾਟ ਸੀ ਜਿਹੜਾ ਉਹ ਪੁਲਿਸ ਦਾ ਉੱਚ ਅਧਿਕਾਰੀ ਸੀ ਉਸ ਸਮੇਂ ਉੱਥੇ। ਪਰੰਤੂ ਸਰਦਾਰ ਕਪੂਰ ਸਿੰਘ ਸਾਚੀ ਸਾਖੀ ਵਾਲੇ ਉਹ ਲਿਖਦੇ ਨੇ ਕਿ ਮਿਸਟਰ ਸਕਾਟ ਤਾਂ ਰੇਲਵੇ ਸਟੇਸ਼ਨ ਦੇ ਨੇੜੇ ਵੀ ਹੈ ਨਹੀਂ ਸੀ, ਕਿਤੇ ਨੇੜੇ ਤੇੜੇ ਹੈ ਹੀ ਨਹੀਂ ਸੀ, ਜਦੋਂ ਕਿ ਇਲਜ਼ਾਮ ਉਹਦੇ ਉੱਤੇ ਲਗਾ ਦਿੱਤਾ ਗਿਆ। ਉਹਦੇ ਉੱਤੇ ਇਲਜ਼ਾਮ ਕਿਉਂ ਲਗਾਇਆ? ਇਹ ਵੀ ਨਾਲ ਲਿਖਿਆ ਕਿ ਹੋ ਸਕਦਾ ਕੋਈ ਪੁਰਾਣੀ ਕਿਹੜ ਕੱਢਣੀ ਹੋਵੇ ਲਾਲਾ ਲਾਜਪਤ ਰਾਏ ਨੇ ਉਹਦੇ ਉੱਤੇ, ਤਾਂ ਕਰਕੇ ਉਹਦੇ ਉੱਤੇ ਇਲਜ਼ਾਮ ਲਗਾ ਦਿੱਤਾ। ਪਰ ਕਹਿੰਦਾ ਇਹ ਝੂਠ ਆ ਸਾਰਾ, ਉਹ ਉੱਥੇ ਹੈ ਹੀ ਨਹੀਂ ਸੀ। ਸੋ ਲਾਲਾ ਲਾਜਪਤ ਰਾਏ ਸੀ ਜਿਹੜਾ, ਉਹਦੀ 17-18 ਦਿਨ ਬਾਅਦ, ਇਹ 31 ਅਕਤੂਬਰ 1928 ਦੀ ਗੱਲ ਹੈਗੀ ਆ, ਜਦੋਂ ਸਾਈਮਨ ਕਮਿਸ਼ਨ ਲਾਹੌਰ ਆਇਆ ਸੀ। ਉਸ ਤੋਂ 17-18 ਦਿਨ ਬਾਅਦ ਲਾਲਾ ਲਾਜਪਤ ਰਾਏ ਦੀ ਡੈਥ ਹੋ ਗਈ। ਅਤੇ ਫਿਰ ਦੇਖੋ ਸਪਸ਼ਟ ਲਿਖ ਦਿੱਤਾ ਉਹਨਾਂ ਨੇ, ਸਰਦਾਰ ਕਪੂਰ ਸਿੰਘ ਨੇ, ਕਿ ਉਹਨਾਂ ਦੀ ਜਿਹੜੀ ਡੈਥ ਹੋਈ ਆ ਉਹ ਹਾਰਟ ਅਟੈਕ ਨਾਲ ਹੋਈ ਆ। ਇਸੇ ਗੱਲ ਨੂੰ ਉਸ ਸਮੇਂ ਇੱਕ ਅਖਬਾਰ ਦੇ ਵਿੱਚ ਇੱਕ ਲੇਖ ਆਇਆ ਸੀ, ਉਹ ਵੀ ਮੇਰੇ ਕੋਲ ਹੈਗਾ। ਅਖਬਾਰ ਦਾ ਨਾਂ ਹੈ ਅਕਾਲੀ ਅਤੇ ਪਰਦੇਸੀ। ਇਹ ਜਿਹੜਾ ਆਰਟੀਕਲ ਸੀ ਉਹ ਲਿਖਿਆ ਸੀ ਮਾਸਟਰ ਤਾਰਾ ਸਿੰਘ ਨੇ, ਅਤੇ 30 ਮਾਰਚ 1928 ਦੇ ਅੰਕ ਵਿੱਚ ਛਪਿਆ ਸੀ। 30 ਮਾਰਚ 1928। ਉਹਦੇ ਵਿੱਚ ਕੀ ਲਿਖਿਆ ਆਰਟੀਕਲ ਦੇ ਵਿੱਚ, ਮੈਂ 2 ਲਾਈਨਾਂ ਪੜ੍ਹ ਕੇ ਸੁਣਾ ਰਿਹਾ। ਲਾਲਾ ਲਾਜਪਤ ਰਾਏ ਦੀ ਪੀਪਲਜ਼ ਸਰਵੈਂਟਸ ਸੁਸਾਇਟੀ ਨੇ ਮਜ਼੍ਹਬੀਆਂ, ਰਾਮਦਾਸੀਆਂ ਅਤੇ ਹੋਰ ਅਛੂਤ ਆਖੀ ਜਾਂਦੇ ਸਿੰਘਾਂ ਨੂੰ ਪਤਿਤ ਕਰਨ ਦੀ ਲਹਿਰ ਸ਼ੁਰੂ ਕੀਤੀ ਹੋਈ ਹੈ। ਕਿੱਧਰ ਨੂੰ ਜਾਂਦੀ ਹੈ ਗੱਲ? ਆਰਟੀਕਲ ਕੀ ਕਹਿੰਦਾ? ਅਤੇ ਉਹ ਵੀ ਵਿਸ਼ੇਸ਼ ਲੀਡਰ ਆ ਬਈ ਜਿਸ ਨੇ ਲਿਖਿਆ, ਮਾਸਟਰ ਤਾਰਾ ਸਿੰਘ, ਉਹਨਾਂ ਦਾ ਸੰਬੰਧ ਸੀ ਆਪਸ ਵਿੱਚ। ਫਿਰ ਦੇਖੋ ਫਿਰ ਅੱਗੇ ਕੀ ਲਿਖਿਆ। ਇਸੇ ਮੰਤਵ ਨਾਲ ਆਰੀਆ ਸਮਾਜੀਆਂ ਨੇ ਸਕੂਲ ਖੋਲ੍ਹ ਕੇ ਆਪਣੀ ਚਾਲ 'ਤੇ ਪਰਦਾ ਪਾਉਣ ਲਈ ਕਿਸੇ ਦਾ ਨਾਮ ਭਾਰਤੀ ਸਕੂਲ ਅਤੇ ਕਿਸੇ ਦਾ ਪਬਲਿਕ ਸਕੂਲ ਰੱਖਿਆ ਸੀ। ਉਸੇ ਤਰ੍ਹਾਂ ਹੁਣ ਇਸ ਪੀਪਲਜ਼ ਸੁਸਾਇਟੀ ਦੇ ਪਰਦੇ ਥੱਲੇ ਫਿਰ ਇਹ ਕਹਿੰਦੇ ਹਨ ਕਿ ਅਸੀਂ ਤਾਂ ਅਛੂਤਾਂ ਨੂੰ ਉੱਚਾ ਕਰ ਰਹੇ ਹਾਂ। ਵਿਚਾਰਧਾਰਾ ਕੀ ਸੀ? ਅਸਲੀਅਤ ਹੈ।
ਸਾਈਮਨ ਗੋ ਬੈਕ ਦੇ ਨਾਅਰੇ ਪਿੱਛੇ ਦੀ ਅਸਲੀਅਤ ਲਿਖੀ ਹੋਈ ਹੈ ਮਾਸਟਰ ਤਾਰਾ ਸਿੰਘ। ਸੋ ਕਹਿੰਦੇ ਵੀ ਜਦੋਂ ਇਹ ਪਿੰਡਾਂ ਦੇ ਵਿੱਚ ਜਾਂਦੇ ਸੀ ਜਾਂ ਸ਼ਹਿਰਾਂ ਦੇ ਵਿੱਚ ਜਾਂਦੇ ਸੀ, ਉੱਥੇ ਲੋਕਾਂ ਨੂੰ ਮਿਸਗਾਈਡ ਕਰਦੇ ਸੀ। ਹੁਣ ਉਹ ਸਮਝ ਗਏ ਸੀ ਕਿ ਜਿਹੜਾ ਮੇਰਾ ਭੇਦ ਸੀ ਨਿੱਜੀ, ਉਹ ਨਸ਼ਰ ਹੋਣ ਵਾਲਾ, ਲੋਕਾਂ ਨੂੰ ਪਤਾ ਲੱਗ ਜਾਣਾ। ਜਿਹੜੀ ਮੇਰੀ ਸ਼ਖਸੀਅਤ ਬਣੀ ਹੋਈ ਸੀ ਉਹ ਪਤਾ ਲੱਗ ਜਾਣੀ ਹੈ ਲੋਕਾਂ ਨੂੰ। ਉਹਨਾਂ ਦੇ ਮਨ ਦੇ ਵਿੱਚ ਡਰ ਬੈਠ ਗਿਆ। ਇਹ ਵੀ ਲਿਖਿਆ ਹੈ, ਸਪਸ਼ਟ ਲਿਖਿਆ। ਸੋ ਉਹ ਜਿਹੜੀ ਪੀਪਲਜ਼ ਸਰਵੈਂਟਸ ਸੁਸਾਇਟੀ ਸੀ ਉਹ ਕਿਉਂ ਬਣਾਈ ਸੀ? ਮਾਸਟਰ ਤਾਰਾ ਸਿੰਘ ਲਿਖਦੇ ਆ ਕਿ ਉਹਨਾਂ ਨੇ ਅਮਰੀਕਾ ਦੇ ਸਿੱਖਾਂ ਤੋਂ ਲਗਭਗ 75,000 ਰੁਪਈਆ ਸੀ ਜਿਹੜਾ ਉਹ ਲਿਆਂਦਾ ਸੀਗਾ, ਅਤੇ ਉਹਨੂੰ ਖਰਚਣਾ ਸੀ। ਉਹ ਸੁਸਾਇਟੀ ਦੇ ਉੱਤੇ ਖਰਚ ਦਿੱਤਾ, ਆਪਣੇ ਕੰਮਾਂ ਵਿੱਚ ਖਰਚ ਦਿੱਤਾ। ਜਦੋਂ ਉਹਨਾਂ ਨੇ ਲਾਲਾ ਜੀ ਨੂੰ ਪੁੱਛਿਆ ਕਿ ਤੁਸੀਂ ਇਹ ਪੈਸੇ ਦਾ ਹਿਸਾਬ ਦਿਓ, ਕਈ ਵਾਰ ਪੁੱਛਿਆ, ਕੋਈ ਹਿਸਾਬ ਨਹੀਂ ਦਿੱਤਾ। ਫਿਰ ਉਹਨਾਂ ਨੇ ਇੱਕ ਕਾਨੂੰਨੀ ਨੋਟਿਸ ਕਢਵਾ ਦਿੱਤਾ, ਉਹਦਾ ਵੀ ਕੋਈ ਜਵਾਬ ਨਹੀਂ ਦਿੱਤਾ। ਦੂਜਾ ਕਢਾਇਆ, ਤੀਜਾ ਕਢਾਇਆ ਨੋਟਿਸ। ਹੁਣ ਇਹ ਲਿਖਿਆ ਉਹਨਾਂ ਨੇ ਕਿ ਉਹ ਸਪਸ਼ਟ ਸਮਝ ਗਏ ਸੀ ਕਿ ਮੇਰਾ ਜਿਹੜਾ ਨਿੱਜੀ ਪੜਦਾ ਹੈ ਉਹ ਹੁਣ ਖਤਮ ਹੋ ਜਾਣਾ ਹੈ। ਸੋ ਉਹਨਾਂ ਨੂੰ ਫਿਰ ਉਹਨਾਂ ਦੇ ਮਨ ਦੇ ਉੱਤੇ ਇਹ ਗੱਲ ਬੈਠ ਗਈ ਅਤੇ ਉਹਨਾਂ ਨੂੰ ਅਟੈਕ ਆ ਗਿਆ, ਡੈਥ ਹੋ ਗਈ ਉਹਨਾਂ ਦੀ। ਹੁਣ ਇੱਕ ਪਾਸੇ ਤਾਂ ਦੇਖੋ ਇਹ ਲਿਖਦੇ ਆ ਕਿ ਲਾਲਾ ਲਾਜਪਤ ਰਾਏ ਦੇ ਛਾਤੀ ਦੇ ਉੱਤੇ ਇੰਨੀਆਂ ਡਾਂਗਾਂ ਵੱਜੀਆਂ ਕਿ ਉਹ ਝੱਲ ਨਹੀਂ ਸਕੇ, ਡੈਥ ਹੋ ਗਈ। ਹੁਣ ਇੱਥੇ ਹੀ ਫਿਰ ਦੇਖੋ ਲਿਖਿਆ ਕਿ ਜਦੋਂ ਲਾਲਾ ਲਾਜਪਤ ਰਾਏ ਨੂੰ ਲਾਹੌਰ ਤੋਂ ਉੱਥੇ ਲਿਜਾਇਆ ਗਿਆ, ਹੌਸਪੀਟਲ ਲਿਜਾਇਆ ਗਿਆ, ਉੱਥੇ ਜਿਹੜੇ ਡਾਕਟਰ ਸੀ ਦੋ, ਉਹ ਕਾਂਗਰਸੀ ਸੀਗੇ। ਉਹਨਾਂ ਨੇ ਦੇਖਿਆ ਕਿ ਇਸ ਗੱਲ ਨੂੰ ਕਿਹੜੇ ਤਰੀਕੇ ਨਾਲ ਦਬਾਇਆ ਜਾਵੇ ਅਤੇ ਲਾਲਾ ਜੀ ਦੀ ਜਿਹੜੀ ਨਿੱਜੀ ਪਰਸਨੈਲਿਟੀ ਆ ਉਹਨੂੰ ਕਿਵੇਂ ਡਿਵੈਲਪ ਕੀਤਾ ਜਾਵੇ। ਉਹਨਾਂ ਨੇ ਸਰਟੀਫਿਕੇਟ ਜਿਹੜਾ ਦੇ ਦਿੱਤਾ, ਉਹਦੇ ਉੱਤੇ ਕੀ ਲਿਖਿਆ ਸੀ ਕਿ ਲਾਲਾ ਜੀ ਦੀ ਜਿਹੜੀ ਡੈਥ ਹੋਈ ਆ ਉਹ ਇਹਨਾਂ ਦੇ ਡਾਂਗਾਂ ਹੀ ਇੰਨੀਆਂ ਵੱਜੀਆਂ ਨੇ ਕਿ ਉਹਦੇ ਨਾਲ ਹੋ। ਜਦੋਂ ਕਿ ਸੱਚੀ ਸਾਖੀ ਵੀ ਇਹਨੂੰ ਰਿਜੈਕਟ ਕਰਦੀ ਆ। ਸਰਦਾਰ ਕਪੂਰ ਸਿੰਘ ਤਾਂ ਲਿਖਦਾ ਕਿ ਮੈਂ ਅੱਖੀਂ ਦੇਖਿਆ ਇਸ ਚੀਜ਼ ਨੂੰ। ਉਹਨਾਂ ਨੇ ਬਾਅਦ 'ਚ ਜਿਹੜੇ ਹੈਮਿਲਟਨ ਹਾਰਡਿੰਗ ਸੀ ਉਦੋਂ ਦੇ DIG, ਬਾਅਦ 'ਚ ਉਹਨਾਂ ਦੀ ਚੰਡੀਗੜ੍ਹ ਵਿੱਚ ਭੇਂਟ ਵੀ ਹੋਈ ਆ। ਦੋਹੇ ਜਣੇ ਇਹ ਉਦੋਂ ਕਰਨਾਲ ਦੇ DC ਸੀਗੇ, ਸਰਦਾਰ ਕਪੂਰ ਸਿੰਘ, ਅਤੇ ਉਹ ਅੰਬਾਲੇ ਦੇ DIG ਸੀਗੇ। ਦੋਹੇ ਚੰਡੀਗੜ੍ਹ ਜਦੋਂ ਮਿਲਦੇ ਨੇ, ਉਹ DIG ਹੈਮਿਲਟਨ ਹਾਰਡਿੰਗ ਖੁਦ ਦੱਸਣ ਲੱਗ ਪਿਆ ਕਿ ਜਦੋਂ ਲਾਹੌਰ ਇਹ ਘਟਨਾ ਵਾਪਰੀ ਆ ਮੈਂ ਉੱਥੇ ਸੀ, ਮਿਸਟਰ ਸਕਾਟ ਨਹੀਂ ਸੀ। ਅਤੇ ਸਰਦਾਰ ਕਪੂਰ ਸਿੰਘ ਚੁੱਪ ਰਹੇ, ਉਹ ਚੁੱਪਚਾਪ ਸੁਣਦੇ ਰਹੇ। ਉਹਨਾਂ ਨੇ ਬਾਅਦ 'ਚ ਇਹ ਵੀ ਲਿਖਿਆ ਕਿ ਮੈਂ ਇਸ ਕਰਕੇ ਚੁੱਪ ਰਿਹਾ ਤਾਂ ਕਿ ਮੈਂ ਇਹ ਦੇਖਾਂ ਕਿ ਜੋ ਮੈਂ ਅੱਖੀਂ ਦੇਖਿਆ ਇਹ ਦੱਸਦੇ ਨੇ। ਉਹਨਾਂ ਨੇ ਫਿਰ ਲਿਖ ਦਿੱਤਾ, ਹਾਂ ਬਿਲਕੁਲ ਜੋ ਮੈਂ ਅੱਖੀਂ ਦੇਖਿਆ ਉਹੀ ਇਹਨਾਂ ਨੇ ਦੱਸਿਆ। ਕਹਿੰਦੇ ਜਦੋਂ ਸੋਟੀ ਘਮਾਈ ਆ ਉਹ ਮੈਂ ਹੋ ਸੀ, ਸਰਦਾਰ ਕਪੂਰ ਸਿੰਘ ਨੂੰ ਦੱਸਿਆ। ਉਹ ਹੈਰਾਨ ਹੋ ਗਏ ਵੀ ਹਾਂ। ਫਿਰ ਸਕਾਟ ਬਾਰੇ ਦੱਸਿਆ। ਪਰ ਦੂਜੇ ਪਾਸੇ ਦੇਖੋ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ, ਉਹਨਾਂ ਨੂੰ ਸਕਾਟ ਦੇ ਉੱਤੇ ਗੁੱਸਾ ਇੰਨਾ ਆਇਆ, ਸਾਂਡਰਸ ਦੀ ਗੋਲੀ ਚਲਾ ਦਿੱਤੀ ਉਹਨਾਂ ਨੇ, ਉਹ ਗੋਲੀ ਨਾਲ ਮਾਰਿਆ ਗਿਆ। ਉੱਥੇ ਹੁਣ ਇਹ ਇੱਕ ਹੋਰ ਭੇਦ ਦੇਖੋ ਲਿਖਿਆ ਸਪਸ਼ਟ ਕਿ ਸਾਂਡਰਸ ਦੇ ਜਿਹੜੀ ਗੋਲੀ ਲੱਗੀ ਆ ਉਹ ਸੁਭਾਵਨਾ ਜ਼ਿਆਦਾ ਇਹ ਆ ਕਿ ਸ਼ਹੀਦ ਭਗਤ ਸਿੰਘ ਦਾ ਸਾਥੀ ਸੀ ਜਿਸ ਦੀ ਗੋਲੀ ਉਹਨਾਂ ਨੂੰ ਲੱਗੀ। ਪਰ ਸ਼ਹੀਦ ਭਗਤ ਸਿੰਘ ਨੇ ਉਹ ਸਾਰੀ ਜਿਹੜੀ ਸੀ ਗੋਲੀ ਚਲਾਉਣ ਦੀ ਜਾਂ ਸਾਂਡਰਸ ਦੇ ਮਰਨ ਦੀ ਕਹਾਣੀ ਸੀ ਜਿਹੜੀ, ਉਹ ਆਪਣੇ ਸਿਰ ਲੈ ਲਈ ਫਿਰ। ਸੋ ਇਸ ਤਰ੍ਹਾਂ ਕਰਕੇ ਇਤਿਹਾਸ ਜਿਹੜਾ ਹੈ ਉਹ ਕਿਸੇ ਪਾਸੇ ਨੂੰ ਜਾਂਦਾ, ਹੋਰ ਪਾਸੇ ਚਲੇ ਜਾਂਦਾ, ਹੋਰ ਪਾਸੇ ਜਾਂਦਾ। ਸੋ ਗੱਲ ਤਾਂ ਇਹ ਵੀ ਆਪਾਂ ਨੂੰ ਇਤਿਹਾਸ ਨੂੰ ਸਮਝਣ ਵਾਸਤੇ ਜਿਹੜੀਆਂ ਹੋਰ ਬੁੱਕਸ ਨੇ ਉਹ ਵੀ ਪੜ੍ਹਨੀਆਂ ਪੈਣਗੀਆਂ। ਸੋ ਇਸੇ ਤਰ੍ਹਾਂ ਫਿਰ ਜਿਹੜਾ ਸਰਦਾਰ ਕਪੂਰ ਸਿੰਘ ਸੀ ਉਹ ਹੋਰ ਵੀ ਲਿਖਦੇ ਨੇ ਅਜੇ ਤਾਂ। ਉਹਨਾਂ ਤੋਂ ਬਾਅਦ ਫਿਰ ਉਹਨਾਂ ਦੀ ਮੁਲਾਕਾਤ ਕਿਸੇ ਇੱਕ ਹੋਰ ਬੰਦੇ ਨਾਲ ਹੁੰਦੀ ਆ, ਉਹਨੇ ਬਿਲਕੁਲ ਸਪਸ਼ਟ ਉਹੀ ਗੱਲ ਫਿਰ ਕੀਤੀ। ਇਹ ਸਾਰਾ ਲਿਖਿਆ ਕਿ ਮੈਂ ਸਾਰਾ ਅੱਖੀਂ ਦੇਖਿਆ ਹੈ। ਅਤੇ ਉਹ ਕਾਲਜ ਵਿੱਚ ਪੜ੍ਹਦੇ ਸੀ ਉਦੋਂ ਸਰਦਾਰ ਕਪੂਰ ਸਿੰਘ। ਦੋ ਸਟੂਡੈਂਟ ਉਹਨਾਂ ਦੇ ਨਾਲ ਹੋਰ ਸੀ, ਉਹ ਦੇਖਣ ਵਾਸਤੇ ਆਏ ਸੀ ਕਿ ਇੱਥੇ ਮੁਜ਼ਾਹਰਾ ਹੋ ਰਿਹਾ, ਆਪਾਂ ਦੇਖਦੇ ਹਾਂ ਚੱਲ ਕੇ ਕੀ ਹੋ ਰਿਹਾ। ਜਦੋਂ ਉਹਨਾਂ ਨੇ ਦੇਖਿਆ ਕਿ ਉੱਥੇ ਤਾਂ ਗੋ ਬੈਕ ਦੇ ਨਾਅਰੇ ਲਗਾਏ ਜਾ ਰਹੇ ਨੇ। ਉਹ ਗੋ ਬੈਕ ਦੇ ਨਾਅਰੇ ਕਿਵੇਂ ਲੱਗੇ ਸੀ? ਸੈਮਨ ਗੋ ਬੈਕ, ਸੈਮਨ ਗੋ ਬੈਕ। ਜਦੋਂ ਉਹ ਦੂਜੇ ਦਿਨ ਕਾਲਜ ਗਏ, ਉਹਨਾਂ ਦੇ ਜਿਹੜੇ ਪ੍ਰੋਫੈਸਰ ਸੀ, ਪ੍ਰੋਫੈਸਰ ਦਾ ਨਾਂ ਸੀ ਪ੍ਰੋਫੈਸਰ ਫਰਥ।
ਇਹ ਪਿਛਲੇ ਦਰਵਾਜ਼ੇ ਵਿੱਚ ਨੂੰ ਜਾ ਕੇ ਅੰਦਰ ਬੈਠ ਗਏ। ਜਦੋਂ ਅੰਦਰ ਬੈਠ ਕੇ ਪ੍ਰੋਫੈਸਰ ਨੇ ਦੇਖ ਲਿਆ, ਇੱਕਦਮ ਸਟੈਂਡ ਕੀਤਾ ਉਹਨਾਂ ਨੂੰ ਖੜੇ ਹੋਏ। ਦੱਸੋ ਵੀ ਕੀ ਗੱਲ, ਕਿੱਥੋਂ ਆਏ ਆ ਤੁਸੀਂ? ਪੁੱਛਿਆ ਉਹਨਾਂ ਨੂੰ। ਉਹ ਜਿਹੜਾ ਉਹਨਾਂ ਦਾ ਪ੍ਰੋਫੈਸਰ ਸੀ ਉਹ ਹੱਸ ਕੇ ਕਹਿਣ ਲੱਗਿਆ, ਉਹਨੇ ਵੀ ਉਹੀ ਸ਼ਬਦ ਬਿਲਕੁਲ ਦੁਹਰਾ ਦਿੱਤੇ, ਸੈਮਨ ਗੋ ਬੈਕ, ਸੈਮਨ ਗੋ ਬੈਕ। ਤੇ ਸਰਦਾਰ ਕਪੂਰ ਸਿੰਘ ਇੱਕਦਮ ਸਮਝ ਗਏ ਕਿ ਸਾਡੇ ਜਿਹੜੇ ਟੀਚਰ ਨੇ, ਅਸੀਂ ਗਲਤ ਉਚਾਰਨ ਕੀਤਾ, ਉਹ ਸਾਨੂੰ ਸਮਝਾ ਰਹੇ ਨੇ ਤੇ ਨਾਲ ਇਹ ਵੀ ਦੱਸ ਰਹੇ ਨੇ ਤੁਸੀਂ ਉੱਥੇ ਗਏ ਸੀ। ਅਸਲ ਵਿੱਚ ਕੀ ਕਹਿਣਾ ਸੀ ਸਰਦਾਰ ਕਪੂਰ ਸਿੰਘ ਫਿਰ ਆਪ ਲਿਖਦੇ ਨੇ, ਅਸੀਂ ਕਹਿਣਾ ਸੀ ਸਾਈਮਨ ਗੋ ਬੈਕ, ਸਾਈਮਨ ਗੋ ਬੈਕ। ਕਿਹਾ ਕੀ ਸੀ? ਸੈਮਨ ਗੋ ਬੈਕ। ਮਤਲਬ ਪ੍ਰੋਨੰਸੀਏਸ਼ਨ ਗਲਤ ਸੀ। ਪ੍ਰੋਫੈਸਰ ਨੇ ਨਾਲ ਤਾਂ ਇਹ ਵੀ ਦੱਸ ਦਿੱਤਾ ਕਿ ਤੁਸੀਂ ਗਲਤ ਉਚਾਰਨ ਕਰਕੇ ਆਏ ਹੋ, ਵਧੀਆ ਨਹੀਂ ਕੀਤਾ, ਤੇ ਨਾਲ ਇਹ ਵੀ ਪੁੱਛ ਲਿਆ ਵੀ ਤੁਸੀਂ ਉੱਥੇ ਗਏ ਕਰ ਕੀ ਕਰਨ ਸੀ। ਸੋ ਇਹ ਸਾਰੀ ਅੱਖੀਂ ਡਿੱਠੀ ਘਟਨਾ ਉਹਨਾਂ ਨੇ ਲਿਖੀ ਹੈ। ਪ੍ਰੋਫੈਸਰ ਗੁਰਨਾਮ ਸਿੰਘ ਸੀ ਮੁਕਤਸਰ, ਉਹਨਾਂ ਨੇ ਵੀ ਬਹੁਤ ਸਪਸ਼ਟ ਲਿਖਿਆ ਕਿ ਉਹ ਇਹਨਾਂ ਲੋਕਾਂ ਨੂੰ ਅਧਿਕਾਰ ਦੇਣ ਵਾਸਤੇ ਆਏ ਸੀ। ਮੈਂ 2 ਮਿੰਟ ਦੇ ਵਿੱਚ ਫਿਰ ਗੱਲ ਬੰਦ ਕਰਦਾ ਹਾਂ ਕਿ ਡਾਕਟਰ BR ਅੰਬੇਦਕਰ ਤੇ ਉਹਨਾਂ ਦੇ ਸਾਥੀਆਂ ਨੇ ਸਾਈਮਨ ਕਮਿਸ਼ਨ ਸੀ ਜਿਹੜਾ, ਉਹਨਾਂ ਨੂੰ ਮੈਮੋਰੰਡਮ ਦਿੱਤਾ ਇੱਥੋਂ ਦੇ ਲੋਕਾਂ ਦੇ ਸੰਬੰਧ 'ਚ। ਇੱਥੋਂ ਦੇ ਲੋਕ ਸੀ ਜਿਹੜੇ, ਉਹਨਾਂ ਦੀ ਕੀ ਤਰਾਸਦੀ ਆ, ਕੀ ਅਧਿਕਾਰ ਨੇ, ਤੇ ਇਹਦੇ ਵਿੱਚੋਂ ਹੀ ਫੇਰ 3 ਗੋਲਮੇਜ਼ ਕਾਨਫਰੰਸਾਂ ਨਿਕਲੀਆਂ ਨੇ ਜਿਹੜੀਆਂ ਲੰਡਨ ਵਿੱਚ ਹੋਈਆਂ ਸੀ। ਤੇ ਉਹ ਲੰਡਨ ਵਿੱਚ ਜਿਹੜੀਆਂ ਕਾਨਫਰੰਸਾਂ ਹੋਈਆਂ ਸੀ, ਜਿਹੜੇ ਅਧਿਕਾਰ ਜਿਹੜੇ ਇੱਥੇ ਸਾਈਮਨ ਕਮਿਸ਼ਨ ਦੇਖ ਕੇ ਗਿਆ ਸੀ, ਉਹ ਉੱਥੇ ਫਿਰ ਪਾਸ ਕੀਤੇ ਗਏ। ਵੋਟ ਦਾ ਅਧਿਕਾਰ ਪਾਸ ਕੀਤਾ ਗਿਆ। ਇਹਨਾਂ ਲੋਕਾਂ ਨੂੰ ਜਿਹੜੇ ਸਮਾਜਿਕ ਅਧਿਕਾਰ ਦੇਣੇ ਸੀ ਉਹ ਵੀ ਪਾਸ ਕੀਤੇ ਗਏ। ਸੋ ਇਹ ਕਹਾਣੀ ਹੈ ਸਾਈਮਨ ਕਮਿਸ਼ਨ ਦੀ। ਸੋ ਕਿਤਾਬਾਂ ਪੜ੍ਹੋ, ਬਾਹਰਲੀਆਂ ਕਿਤਾਬਾਂ ਪੜ੍ਹੋ, ਤਾਂ ਤੁਹਾਨੂੰ ਪਤਾ ਲੱਗੂਗਾ। ਜੇ ਤੁਸੀਂ ਕਹੋਗੇ ਸਿਲੇਬਸ ਦੀਆਂ ਕਿਤਾਬਾਂ ਦੇ ਵਿੱਚ ਪੂਰੀ ਜਾਣਕਾਰੀ ਨਹੀਂ ਮਿਲੇਗੀ, ਤਾਂ ਧੰਨਵਾਦ ਬਹੁਤ।